Hello everyone, welcome back to my YouTube channel All in One Classes. I hope you all are doing great and आ जाओ, if you are new to this channel please go and subscribe to my YouTube channel and अगर तुसी पुराने हो then चलो वीडियो स्टार्ट करते हैं। आज का अपना लेक्चर हैगा मॉडल्स ऑफ रीडिंग। दिस इज फ्रॉम दिस बुक कम्युनिकेशन स्किल, ठीक है, फर्स्ट सेमेस्टर ਦੀ बुक का। सो ਇਹਦੇ ਵਿੱਚ ਆਪਾਂ ਪਹਿਲਾਂ ਦੋ ਲੈਕਚਰਸ ਕਰ ਰਹੇ ਨੇ, ਇਹਦੇ ਵਿੱਚ ਆ ਗਿਆ ਸਾਡੇ ਕੋਲ ਥਰਡ ਲੈਕਚਰ ਮॉडल्स ऑफ रीडिंग, ठीक है। मॉडल्स ऑफ रीडिंग ਸਾਨੂੰ ਪਤਾ ਹੈ ਬਹੁਤ ਇੰਪੋਰਟੈਂਟ ਆ, ठीक है। ਕਮਿਊਨੀਕੇਸ਼ਨ ਸਕਿੱਲ ਬਹੁਤ ਜ਼ਿਆਦਾ ਇੰਪੋਰਟੈਂਟ ਆ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ, ਬਿਕਾਜ਼ ਇਫ ਯੂ ਹੈਵ ਅ ਨੌਲੇਜ ਐਂਡ ਅਗਰ ਤੁਹਾਨੂੰ ਨੌਲੇਜ ਟ੍ਰਾਂਸਫਰ ਕਰਨੀ ਆਉਂਦੀ ਆ, ਕਮਿਊਨੀਕੇਸ਼ਨ ਸਕਿੱਲ ਤੁਹਾਨੂੰ ਆਉਂਦੀ ਆ, ਦੈਨ ਯੂ ਕੈਨ ਰੌਕ, ਰਾਈਟ। ਤੁਸੀਂ ਕਿਸੇ ਵੀ ਲਾਈਫ ਦੇ ਪਾਰਟ ਦੇ ਵਿੱਚ ਹੋ, ਤੁਸੀਂ ਕੁਝ ਵੀ ਹਾਸਿਲ ਕਰ ਸਕਦੇ ਹੋ ਬਿਕਾਜ਼ ਯੂ ਹੈਵ ਅ ਕਮਿਊਨੀਕੇਸ਼ਨ ਸਕਿੱਲ ਇਨ ਯੋਰ ਹੈਡ, ਰਾਈਟ। ਤੁਸੀਂ ਬੋਲ ਵਧੀਆ ਸਕਦੇ ਹੋ, ਤੁਸੀਂ ਚੀਜ਼ਾਂ ਨੂੰ ਕਿਸੇ ਨੂੰ ਐਡਰੈਸ ਵਧੀਆ ਕਰ ਸਕਦੇ ਹੋ, then this is the communication skill. Reading, writing, listening, speaking, these all are the parts of communication. So we are going with a models of reading ਜਿਹਦੇ ਵਿੱਚ ਸਾਡੇ ਕੋਲ ਦੋ models ਨੇ, PSQ 5R and SQ 3R. We are going to discuss these one by one, ठीक है। ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਸੋ ਪਹਿਲਾ ਸਾਡੇ ਕੋਲ ਆ ਗਿਆ PSQ 5R, P for purpose, ਮਤਲਬ ਕਹਿੰਦੇ ਕਿ ਜਦੋਂ ਵੀ ਅਸੀਂ ਰੀਡਿੰਗ ਕਰਦੇ ਹਾਂ, ਵੈਸੇ ਅਸੀਂ ਕੋਈ ਵੀ ਕੰਮ ਹਮੇਸ਼ਾ ਪਰਪਸ ਵਾਸਤੇ ਕਰਦੇ ਹਾਂ, ਠੀਕ ਹੈ। ਪਰਪਸ ਵਾਸਤੇ ਕਰਦੇ ਹਾਂ, ਇੰਸਟਾਗ੍ਰਾਮ ਚਲਾਉਂਦੇ ਹਾਂ ਫॉर ਪਰਪਸ ਕਿ ਸਾਨੂੰ ਐਂਟਰਟੇਨਮੈਂਟ ਮਿਲੇਗੀ, ਠੀਕ ਹੈ। ਅਸੀਂ ਰੀਲ ਤੇ ਰੀਲ ਦੇਖ ਰਹੇ ਹਾਂ, ਠੀਕ ਹੈ, ਵਿਹਲੇ ਬੈਠੇ, ਕੰਮ ਕੋਈ ਹੈ ਨਹੀਂ, ਪਰਪਸ ਮਤਲਬ ਹਰ ਇੱਕ ਚੀਜ਼ ਅਸੀਂ ਪਰਪਸ ਵਾਸਤੇ ਕਰਦੇ ਹਾਂ। ਬਸ ਪੜ੍ਹਾਈ ਅਸੀਂ ਧੱਕੇ ਨਾਲ ਕਰਦੇ ਹਾਂ, ਉਹ ਵੀ ਪੇਪਰਾਂ ਲਈ ਪੜ੍ਹਨਾ ਹੁੰਦਾ, ਉਹਦੇ 'ਚ ਵੀ ਪਰਪਸ ਹੁੰਦਾ ਹੈ ਕਿ ਪੇਪਰਾਂ ਲਈ ਪੜ੍ਹਨਾ, ਨੰਬਰ ਲੈਣੇ ਆ, ਫੇਲ ਨਹੀਂ ਹੋਣਾ, ਰਾਈਟ। ਸੋ ਵੀ ਆਲ ਡੂ everything for a purpose. P for purpose, S for survey, मतलब कि ਜਦੋਂ ਅਸੀਂ ਕੋਈ ਚੀਜ਼ ਪੜ੍ਹਦੇ ਹਾਂ, ਅਸੀਂ ਸਾਨੂੰ ਪਰਪਸ ਪਤਾ ਲੱਗ ਗਿਆ ਕਿ ਅਸੀਂ ਉਹ ਚੀਜ਼ ਕਿਉਂ ਪੜ੍ਹਨੀ ਆ। ਇਹਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ ਕਿ ਪਰਪਸ ਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ ਕਿ ਮੈਂ ਉਹ ਚੀਜ਼ ਪੜ੍ਹ ਕਿਉਂ ਰਿਹਾ, ਠੀਕ ਹੈ, why I am reading that, ठीक है, why, ठीक है, and what reader wants to convey, what reader wants to convey। ਇਹਦੇ 'ਚ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਸਰਵੇ। ਸਰਵੇ ਮਤਲਬ ਕਿ ਜਦੋਂ ਅਸੀਂ ਨਵੀਂ ਕੋਈ ਬੁੱਕ ਖਰੀਦਦੇ ਆ, ਠੀਕ ਹੈ, ਜਦੋਂ ਅਸੀਂ ਨਵਾਂ ਸੈਸ਼ਨ ਸਟਾਰਟ ਹੁੰਦਾ ਅਸੀਂ ਬੁੱਕ ਖਰੀਦਦੇ ਆ ਐਂਡ ਅਸੀਂ ਉਹਦੀਆਂ ਪੇजेस ਨੂੰ ਫੋਲ ਕੇ ਦੇਖਦੇ, ਅੱਛਾ ਇਹ ਪੜ੍ਹਨਾ, ਇਹਦੇ 'ਚ ਇਹ ਪੜ੍ਹਨਾ, ਚਾਹੇ ਅਸੀਂ ਬਾਅਦ 'ਚ ਕੁਝ ਨਾ ਪੜ੍ਹੀਏ, ਰਾਈਟ, ਦੈਟਸ ਅ ਡਿਫਰੈਂਟ ਥਿੰਗ, ਬਟ ਅਸੀਂ ਪੇਜ ਜ਼ਰੂਰ ਖੋਲ ਕੇ ਦੇਖਦੇ ਹਾਂ, ਹਨਾ। ਕੋਈ ਨਵੀਂ ਬੁੱਕ ਲਈਏ, ਦੈਟ ਮੀਨਸ ਅਸੀਂ ਸਰਵੇ ਕਰ ਰਹੇ ਹਾਂ। ਵੈਸੇ ਹੀ ਅਗਰ ਕੋਈ ਅਸੀਂ ਚੈਪਟਰ ਨਵਾਂ ਪੜ੍ਹਨਾ ਹੈ ਤਾਂ ਅਸੀਂ ਉਹਦੇ ਚੈਪਟਰ 'ਚ ਦੇਖਦੇ ਹਾਂ, ਅੱਛਾ ਇਹਦੇ 'ਚ ਕੀ ਹੈ, ਇਹਦੇ 'ਚ ਸਬ ਟੌਪਿਕਸ ਕੀ ਆ। ਸੋ ਦਿਸ ਇਜ਼ ਕਾਲਡ, ਦੈਟ ਇਜ਼ ਕਾਲਡ ਸਰਵੇਇੰਗ, ਰਾਈਟ, ਸਰਵੇ ਕਰਨਾ। ਕਿਉਂ? ਫॉर ਕੁਐਸਚਨਸ। ਹੁਣ ਜਦੋਂ ਅਸੀਂ ਅੱਛੀ ਤਰ੍ਹਾਂ ਪੜ੍ਹਦੇ ਹਾਂ, ਪੇਪਰਾਂ ਦੇ ਵਿੱਚ ਜਿਹੜੇ ਪੜ੍ਹਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਪੜ੍ਹਦੇ ਆ, ਠੀਕ ਹੈ, ਜਦੋਂ ਅਸੀਂ ਆਪਣੇ ਆਪ ਨੂੰ ਕੁਐਸਚਨਿੰਗ ਕਰਦੇ ਆ ਨਾ ਕਿ ਅੱਛਾ ਇਹ ਕਿਉਂ ਹੋਇਆ, ਇਹ ਕਿੱਦਾਂ ਹੋਇਆ, ਰਾਈਟ, ਉਦੋਂ ਫਿਰ ਸਾਨੂੰ ਉਹ ਚੀਜ਼ ਜ਼ਿਆਦਾ ਦਿਮਾਗ ਦੇ ਵਿੱਚ ਬੈਟਰ ਸਾਨੂੰ ਪੈ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਫਿਲਮ ਦੇਖ ਰਹੇ ਹਾਂ ਫਿਰ ਅਸੀਂ ਦੂਸਰੇ ਨੂੰ ਪੁੱਛਦੇ ਹੁੰਦੇ ਨਾ ਵੀ ਇਹ ਕਿੱਦਾਂ ਹੋਇਆ, ਇਹ ਕਿਉਂ ਹੋਇਆ, ਦੈਟ ਇਜ਼ ਮਤਲਬ ਅਸੀਂ ਕੁਐਸਚਨ ਪੁੱਛਦੇ ਹਾਂ ਐਂਡ ਸਾਡੀ ਦਿਮਾਗ ਦੇ ਵਿੱਚ ਉਹ ਚੀਜ਼ ਬੈਠ ਜਾਂਦੀ ਹੈ ਜਦੋਂ ਅਸੀਂ ਕੁਐਸਚਨ ਪੁੱਛ ਕੇ ਕਰਦੇ ਹਾਂ, ਰਾਈਟ। ਸੋ ਕੁਐਸਚਨਿੰਗ ਦਾ ਬੜਾ ਇੰਪੋਰਟੈਂਟ ਪਾਰਟ ਆ। ਫਿਰ ਆਈ ਸਾਡੇ ਕੋਲ 5R, ਜਿਵੇਂ ਸਾਡੇ ਕੋਲ 3R ਹੁੰਦੇ ਆ ਨਾ, ਰੀਸਾਈਕਲ, ਰਿਡਿਊਸ, ਰਾਈਟ, ਉਦਾਂ ਹੀ ਸਾਡੇ ਕੋਲ 5R ਆ ਗਏ। ਨੰਬਰ 1 ਇਜ਼ ਰੀਡਿੰਗ ਸਿਲੈਕਟਿਵਲੀ। ਜਿਹੜੇ ਬਹੁਤ ਪਹਿਲਾਂ ਤੋਂ ਰੀਡ ਕਰਦੇ ਹੁੰਦੇ ਆ ਨਾ, ਅੱਛੇ ਰੀਡਰਸ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਕਿਹੜੀ ਚੀਜ਼ ਪੜ੍ਹਨੀ ਆ, ਕਿਹੜੀ ਚੀਜ਼ ਇਗਨੋਰ ਕਰਨੀ ਆ, ਰਾਈਟ। ਹੁਣ ਅਸੀਂ ਵੀ ਆ, ਜਦੋਂ ਅਸੀਂ ਸਾਡੀ ਟੀਚਰ ਸਾਨੂੰ ਪੜ੍ਹਾਉਂਦੇ ਆ ਬੁੱਕ, ਰਾਈਟ, ਸਾਨੂੰ ਪਤਾ ਲੱਗ ਜਾਂਦਾ ਇਹ ਪੈਰਾ ਟੀਚਰ ਨੇ ਅੱਛੀ ਤਰ੍ਹਾਂ ਨਹੀਂ ਸੀ ਸਮਝਾਇਆ, ਦੈਟ ਮੀਨਸ ਕਿ ਇਹ ਪੈਰਾ ਪੇਪਰ 'ਚ ਇੰਪੋਰਟੈਂਟ ਨਹੀਂ ਹੋਏਗਾ, ਸੋ ਅਸੀਂ ਉਸ ਚੀਜ਼ ਨੂੰ ਨਹੀਂ ਪੜ੍ਹਦੇ। that is called reading selectively, ਕੁਝ ਸਿਲੈਕਟਿਵ ਪਾਰਟ ਨੂੰ ਪੜ੍ਹਨਾ। then is reciting. Reciting means ਉੱਚੀ ਉੱਚੀ ਪੜ੍ਹਨਾ, reading aloud, right। reciting is reading aloud। ਇਹ ਕਿਉਂ ਕਰਦੇ ਆ ਅਸੀਂ ਕਿ ਤੁਹਾਨੂੰ ਰੀਡ ਅਲਾਊਡ, ਦੈਟ ਮੀਨਸ ਸਾਨੂੰ ਸਮਝ ਲੱਗਦੀ ਕਿ ਅਸੀਂ ਕੀ ਪੜ੍ਹਿਆ ਹੋਇਆ, ਰਾਈਟ। ਰਿਡਿਊਸਿੰਗ ਮਤਲਬ ਕਿ ਜੋ ਅਸੀਂ ਪੜ੍ਹ ਰਹੇ ਆ ਉਹਨੂੰ ਜੌਟ ਡਾਊਨ ਕਰਨਾ, ਨੋਟਿੰਗ ਡਾਊਨ, ਔਰ ਯੂ ਕੈਨ ਸੇ ਜੌਟ ਡਾਊਨ। ਜੌਟ ਡਾਊਨ ਮਤਲਬ ਕਿ ਉਹਨੂੰ ਲਿਖਣਾ, ਮੇਨ ਪੁਆਇੰਟਸ ਲਿਖਣੇ, ਨਾਟ ਆਲ ਦ ਪੁਆਇੰਟਸ, ਜਸਟ ਮੇਨ ਪੁਆਇੰਟ, ਜਿਵੇਂ ਮੈਂ ਮੇਨ ਪੁਆਇੰਟ ਲਿਖੇ ਹੋਇਆ। ਰਿਫਲੈਕਟਿੰਗ ਮਤਲਬ ਹੁਣ ਉਸ ਚੀਜ਼ ਨੂੰ ਸਾਰਾ ਕੁਝ ਬੰਦ ਕਰਕੇ ਉਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ, ਠੀਕ ਹੈ। ਰਾਈਟਰ ਦੇ ਦਿਮਾਗ ਨੂੰ ਸਮਝਣਾ। Here what writer wants to convey, sorry, not reader, what writer wants to convey, ਜਿਹਨੇ ਲਿਖਿਆ ਉਹ ਕੀ ਕਨਵੇ ਕਰਨਾ ਚਾਹ ਰਿਹਾ, right। sorry for this। so reflecting ਹੋ ਗਿਆ। then ਆ ਗਿਆ ਸਾਡੇ ਕੋਲ reviewing ਮਤਲਬ ਹੁਣ ਦਿਮਾਗ ਦੇ ਵਿੱਚ step by step ਉਹ ਚੀਜ਼ ਨੂੰ ਯਾਦ ਕਰਨਾ ਜੋ ਤੁਸੀਂ ਪੜ੍ਹਿਆ। this is called reviewing and this whole is known as PSQ 5R, the first model, right। and ਉਸੇ ਤਰ੍ਹਾਂ ਸਾਡੇ ਕੋਲ second model ਆ ਜਾਂਦਾ SQ 3R। ਇਹਦੇ ਵਿੱਚ ਵੀ ਕੁਝ ਫਰਕ ਨਹੀਂ ਹੈਗਾ, ਇਹਨਾਂ ਨੇ P ਡਾਤਾ ਕਹਿੰਦੇ ਕੋਈ ਪਰਪਸ ਨਹੀਂ ਹੈ ਸਾਡੇ ਕੋਲ, ਸਿੱਧਾ ਸਰਵੇ ਕਰੋ, ठीक है। फिर उसके बाद क्वेश्चन, फिर इन्होंने 3R, इन्होंने 5R, कहते नहीं असं 3R देने आ, रीड, रीस्टेट, रिव्यू। नाउ एज सर्वे सानू पता सर्वे करना, देन क्वेश्चंस करना। उस तो बाद 3R जो है उन्होंने ਸਾਡੇ ਕੋਲ 3R ਆ ਗਏ, ਰੀਡ, ਰੀਸਟੇਟ, ਰਿਵਿਊ, ਰਾਈਟ। ਹੁਣ ਆਪਾਂ ਇਹਨਾਂ ਦੀ ਅਗਰ ਤੁਸੀਂ ਇਹਨਾਂ ਦੀ ਸਰਵੇ ਪੜੋਗੇ, ਇਹਨਾਂ ਦੇ ਕੁਐਸਚਨਸ ਪੜੋਗੇ ਤੇ ਇਹਨਾਂ ਦੇ ਵਿੱਚ ਕੁਝ ਹੋਰ ਡਿਫਰੈਂਟ ਥੋੜੇ ਡਿਫਰੈਂਸ ਹੁੰਦੇ ਆ। ਜਿਵੇਂ ਕਹਿੰਦੇ ਕਿ ਸਰਵੇ ਕਰਨ ਲਈ ਕੀ ਕਹਿੰਦੇ ਆ, ਪਹਿਲਾਂ ਟਾਈਟਲ ਪੜੋ, ਫਿਰ ਤੁਸੀਂ ਸਬ ਟਾਈਟਲ ਪੜ੍ਹ ਸਕਦੇ ਹੋ, ਕੰਟੈਂਟ ਪੜ੍ਹ ਸਕਦੇ ਹੋ, ਸਮਰੀ ਪੜ੍ਹ ਸਕਦੇ ਹੋ, ਉਹਦਾ ਫਰਸਟ ਪੈਰਾਗ੍ਰਾਫ, ਉਹਦਾ ਲਾਸਟ ਪੈਰਾਗ੍ਰਾਫ, ਉਹਦਾ ਫਰਸਟ ਪੇਜ, ਉਹਦਾ ਲਾਸਟ ਪੇਜ,
ਇਦਾਂ ਕਰਕੇ ਤੁਸੀਂ ਪੜ੍ਹ ਸਕਦੇ ਹੋ। ਯੂ ਕੈਨ ਰੀਡ ਐਂਡ ਗੋ ਥਰੂ ਦਿਸ। ਫਿਰ ਕੁਐਸਚਨਸ ਕਰੋ ਆਪਣੇ ਮਾਰਕਸ ਦੇ ਤੁਹਾਡੇ ਕੋਲ ਇਨਕੁਆਇਰੀ ਆ ਤੁਸੀਂ ਉਹ ਕਰੋ ਕਲੀਅਰ, ਠੀਕ ਹੈ। ਫਿਰ ਸਾਡੇ ਕੋਲ ਆ ਗਿਆ ਰੀਡ ਕਰਨਾ। Now starts the process of reading. In act of reading, mind or thinking power should get activated. Read with an analytic approach. Keep in mind the writer purpose in writing the particular text. मतलब read करने वेले ध्यान रखो कि writer ਦਾ ਇੱਥੇ ਕੀ purpose ਹੋ ਸਕਦਾ ਹੈ, ਕੀ ਉਹਦਾ state of mind ਹੋਏਗਾ, ਕਿ ਕਿਸ ਤਰ੍ਹਾਂ ਉਹਨੇ ਚੀਜ਼ ਨੂੰ ਲਿਖਿਆ ਹੋਏਗਾ। Reading very slowly and in a deep way, right? Restate मतलब after reading comes restating. Restating ਦਾ simple मतलब ਹੁੰਦਾ ਹੈ reciting. Reciting मतलब ਕਿ ਚੀਜ਼ਾਂ ਨੂੰ ਰਿਡਿਊਸ ਕਰਨਾ, ਸੌਰੀ ਆਪਣੇ ਦਿਮਾਗ ਦੇ ਵਿੱਚ ਸਮਝਣਾ, ਰੀਡ ਅਲਾਊਡ ਕਰਨਾ, ਉਹਨਾਂ ਨੂੰ ਕਲੀਅਰ ਕਰਨਾ, ਰੀਕਾਲ ਕਰਨਾ ਜੋ ਤੁਸੀਂ ਪੜ੍ਹਿਆ, ਠੀਕ ਹੈ। ਰੀਸਟੇਟ ਦਾ ਮਤਲਬ ਹੁੰਦਾ ਐਕਚੁਅਲੀ ਰੀਕਾਲ ਕਰਨਾ ਜੋ ਤੁਸੀਂ ਪੜ੍ਹਿਆ। ਸਪੋਜ਼ ਕਰੋ ਤੁਸੀਂ ਜੋ ਰੀਡ ਕੀਤਾ ਉਹਨੂੰ ਰੀਸਟੇਟ ਕਰਨਾ। ਦੈਨ ਰੀਵਿਊ ਮਤਲਬ ਰਿਵਿਊ ਮੀਨਸ ਰੀਵਿਊ, ਤੁਸੀਂ ਇਹਨੂੰ ਹਾਫ ਆਫ ਕੱਟੋ, ਦੈਟ ਮੀਨਸ ਰੀਵਿਊ ਮਤਲਬ ਜੋ ਤੁਸੀਂ ਵਿਊ ਕੀਤਾ ਹੈ ਉਹਨੂੰ ਦੁਬਾਰਾ ਤੋਂ ਰੀਵਿਊ ਕਰੋ, ਠੀਕ ਹੈ। ਦੈਟ ਇਜ਼ ਕਾਲਡ ਰਿਵਿਊ। रिव्यू मतलब दोबारा तो उन्होंने व्यू करो एंड समझो अगर कोई पॉइंट ड्यूरिंग रीस्टेट अगर कोई पॉइंट थाडे को भुल गया ड्यूरिंग रिव्यू उन्होंने करेक्ट करो, उन्होंने समझो कि वो पॉइंट थानू क्यों भुलिया, उन्होंने समझो। दिस इज नोन एज SQ3R, ठीक है। ये मॉडल्स 2 सी PSQ5R SQ3R। आई होप थानू वीडियो अच्छी लगी। अगर ये वीडियो अच्छी लगी है देन प्लीज गो एंड सब्सक्राइब टू माय YouTube चैनल ऑल इन वन क्लासेस एंड अमेजिंग वीडियोस। बेल आइकन दबा दो एंड सब्सक्राइब कर दो। बाय बाय, सी यू इन द नेक्स्ट वीडियो।